ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਟੂਡੇ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ ਦੋਸਤੋ, ਦੇਸ਼ ਦੀਆਂ ਖਾਸ ਤੇ ਅਹਿਮ ਖਬਰਾਂ ਦਾ ਖਾਸ ਬੁਲੇਟਿਨ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਦੋਸਤੋ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਛੋਟੀ ਜਿਹੀ ਬੇਨਤੀ ਕਰਦੇ ਹਾਂ ਜੀ, ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸੂਬੇ ਪੰਜਾਬ ਤੇ ਦੇਸ਼ ਦੀ ਕੋਈ ਵੀ ਖਬਰ ਤੁਹਾਡੇ ਤੋਂ ਮਿਸ ਨਾ ਹੋਵੇ ਜੀ ਦੋਸਤੋ। ਸ਼ੁਰੂਆਤ ਕਰਦੇ ਹਾਂ ਜੀ ਕਰੋਨਾ ਵੈਕਸੀਨ ਨੂੰ ਲੈ ਕੇ। ਸੂਬਿਆਂ ਵਿੱਚ ਵੈਕਸੀਨ ਦੀ ਕਮੀ ਤੇ ਬੋਲੇ ਹਰਸ਼ਵਰਧਨ, ਹਰ ਸੂਬੇ ਨੂੰ ਪਹੁੰਚਾਈ ਜਾ ਰਹੀ ਹੈ ਪੂਰੀ ਡੋਜ਼। ਦੇਸ਼ ਦੇ ਕਈ ਸੂਬਿਆਂ ਵੱਲੋਂ ਵੈਕਸੀਨ ਦੀ ਕਮੀ ਦੇ ਦੋਸ਼ ਤੋਂ ਬਾਅਦ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਕਰੋਨਾ ਵੈਕਸੀਨ ਦੀ ਕੋਈ ਵੀ ਕਮੀ ਨਹੀਂ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿੱਚ ਵੈਕਸੀਨ ਦੀ ਕੋਈ ਵੀ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਹਰ ਸੂਬੇ ਨੂੰ ਵੈਕਸੀਨ ਮੁਹੱਈਆ ਕਰਵਾ ਰਹੀ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਇਹ ਸੂਬਿਆਂ ਦਾ ਕੰਮ ਹੈ ਕਿ ਉਹ ਟੀਕਾਕਰਨ ਕੇਂਦਰਾਂ ਤੇ ਸਮੇਂਬੱਧ ਤਰੀਕੇ ਨਾਲ ਇਸ ਦੀ ਸਪਲਾਈ ਕਰਨ। ਹਰਸ਼ਵਰਧਨ ਦਾ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਕਈ ਸੂਬਿਆਂ ਨੇ ਵੈਕਸੀਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਸੀ, ਖਾਸ ਕਰਕੇ ਅਜਿਹੇ ਸੂਬੇ ਜਿੱਥੇ ਗੈਰ ਭਾਜਪਾ ਸਰਕਾਰ ਹੈ। ਇਸ ਤੋਂ ਬਾਅਦ ਕੇਂਦਰ ਨੇ ਦੇਸ਼ ਦੀ ਜਨਤਾ ਦੇ ਸਾਹਮਣੇ ਸਥਿਤੀ ਸਪਸ਼ਟ ਕਰ ਦਿੱਤੀ ਹੈ। ਮਹਾਰਾਸ਼ਟਰ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਉੜੀਸਾ ਨੇ ਵੈਕਸੀਨ ਦੀ ਸਪਲਾਈ ਵਿੱਚ ਕਮੀ ਹੋਣ ਦਾ ਦੋਸ਼ ਲਾਇਆ ਸੀ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਬਾਰੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਪੱਤਰ ਵੀ ਲਿਖਿਆ ਸੀ। ਇਸ ਪੱਤਰ ਵਿੱਚ ਕਿਹਾ ਗਿਆ ਸੀ ਕਿ ਵੈਕਸੀਨ ਦੀ ਕਮੀ ਦੇ ਕਾਰਨ 700 ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ। ਉਹਨਾਂ ਨੇ ਕੇਂਦਰ ਤੋਂ 10 ਦਿਨਾਂ ਲਈ ਵੈਕਸੀਨ ਦੀ 25 ਲੱਖ ਖੁਰਾਕ ਭਿਜਵਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਕੇਂਦਰ ਨੇ ਵੈਕਸੀਨ ਦੀ ਕਮੀ ਦੀ ਗੱਲ ਕਰਕੇ ਲੋਕਾਂ ਵਿੱਚ ਬੇਵਜ੍ਹਾ ਅਫਵਾਹ ਫੈਲਾ ਰਹੇ ਲੋਕਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਹੁਣ ਘਰ ਘਰ ਲੱਗੇਗੀ ਕਰੋਨਾ ਵੈਕਸੀਨ। ਸਰਕਾਰ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟੀਕਾ ਲਾਉਣ ਦੀ ਤਿਆਰੀ 'ਚ। ਦੇਸ਼ ਵਿੱਚ ਇੱਕ ਹੋਰ ਕਰੋਨਾ ਵੈਕਸੀਨ ਨੂੰ ਲਾਉਣ ਦੀ ਇਜਾਜ਼ਤ ਮਿਲਣ ਨਾਲ ਸਰਕਾਰ ਹੁਣ ਲੋਕਾਂ ਨੂੰ ਘਰ ਘਰ ਜਾ ਕੇ ਵੈਕਸੀਨ ਲਾਉਣ ਦੀ ਤਿਆਰੀ ਕਰ ਰਹੀ ਹੈ। ਭਾਵ ਸਪੁਤਨਿਕ V ਕਰੋਨਾ ਵੈਕਸੀਨ ਨੂੰ ਇਜਾਜ਼ਤ ਮਿਲਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਇਸ ਪਹਿਲੂ ਤੇ ਵਿਚਾਰ ਕਰ ਰਿਹਾ ਹੈ ਕਿ ਦੇਸ਼ ਵਿੱਚ ਘਰ ਘਰ ਜਾ ਕੇ ਕਰੋਨਾ ਦੀ ਵੈਕਸੀਨੇਸ਼ਨ ਕੀਤੀ ਜਾਵੇ। ਦੇਸ਼ ਵਿੱਚ ਸਪੁਤਨਿਕ V ਵੈਕਸੀਨ ਕੁਝ ਦਿਨਾਂ ਵਿੱਚ ਆ ਜਾਵੇਗੀ, ਫਿਰ ਸਰਕਾਰ ਇਸ ਪਹਿਲੂ ਤੇ ਵਿਚਾਰ ਕਰ ਸਕਦੀ ਹੈ। ਦੇਸ਼ ਵਿੱਚ ਲਗਾਤਾਰ ਕਰੋਨਾ ਘਾਤਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਮਾਮਲੇ ਵੀ ਵੱਧ ਰਹੇ ਹਨ ਤੇ ਮੌਤ ਦੀ ਦਰ ਵਿੱਚ ਵੀ ਵਾਧਾ ਹੋ ਰਿਹਾ ਹੈ। ਭਾਵੇਂ ਕਿ ਹੁਣ ਤੱਕ 10 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ, ਪਰ ਅਜੇ ਵੀ ਵੱਡੀ ਆਬਾਦੀ ਵਿੱਚ ਵੈਕਸੀਨੇਸ਼ਨ ਕਰਨਾ ਬਾਕੀ ਹੈ। ਲੋਕਡਾਊਨ ਦੇ ਖਦਸ਼ੇ ਵਿਚਕਾਰ ਰੇਲ ਯਾਤਰੀਆਂ ਲਈ ਆਈ ਚੰਗੀ ਖਬਰ। ਜਾਣੋ ਕੀ ਕਿਹਾ ਰੇਲਵੇ ਨੇ। ਕਰੋਨਾ ਮਹਾਮਾਰੀ ਦੀ ਨਵੀਂ ਲਹਿਰ ਨਾਲ ਮਾਮਲੇ ਗੰਭੀਰ ਹੁੰਦੇ ਜਾ ਰਹੇ ਹਨ। ਇੱਕ ਦਿਨ ਵਿੱਚ 1,84,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਗੰਭੀਰ ਹੋ ਰਹੇ ਹਾਲਾਤ ਨੂੰ ਵੇਖਦਿਆਂ ਮਹਾਰਾਸ਼ਟਰ ਵਿੱਚ ਲੋਕਡਾਊਨ ਵਰਗੀਆਂ ਸਖਤ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਗਈਆਂ ਹਨ। ਅਜਿਹੇ ਵਿੱਚ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਦੀ ਭਾਰੀ ਭੀੜ ਜਮ੍ਹਾਂ ਹੋ ਰਹੀ ਹੈ, ਜਿਸ ਨੂੰ ਦੇਖਦਿਆਂ ਸੈਂਟਰਲ ਰੇਲਵੇ ਨੇ ਲੋਕਾਂ ਤੋਂ ਪੈਨਿਕ ਨਾ ਹੋਣ ਦੀ ਅਪੀਲ ਕੀਤੀ। ਸੈਂਟਰਲ ਰੇਲਵੇ ਨੇ ਟਵੀਟ ਕਰ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਪੈਨਿਕ ਨਾ ਹੋਣ, ਸਟੇਸ਼ਨਾਂ ਤੇ ਭੀੜ ਨਾ ਲਾਉਣ ਤੇ ਸਿਰਫ 90 ਮਿੰਟ ਪਹਿਲਾਂ ਹੀ ਸਟੇਸ਼ਨ ਤੇ ਪਹੁੰਚਣ। ਰੇਲਵੇ ਵੇਟਿੰਗ ਲਿਸਟ ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ। ਜਿਵੇਂ ਕਿ ਲੋੜ ਹੋਵੇਗੀ ਜ਼ਿਆਦਾਤਰ ਸਪੈਸ਼ਲ ਟ੍ਰੇਨਾਂ ਵੀ ਚਲਾਈਆਂ ਜਾਣਗੀਆਂ। ਰੇਲਵੇ ਨੇ ਅੱਗੇ ਕਿਹਾ ਕਿ ਲਗਾਤਾਰ ਸਮਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਇਹ ਵੀ ਸਾਫ਼ ਦੱਸਿਆ ਜਾ ਰਿਹਾ ਹੈ ਕਿ ਲੰਬੀ ਦੂਰੀ ਦੀਆਂ ਐਲਾਨ ਨਿਯਮਤ ਤੇ ਸਪੈਸ਼ਲ ਟ੍ਰੇਨਾਂ ਪਹਿਲਾਂ ਦੀ ਤਰ੍ਹਾਂ ਚੱਲਦੀਆਂ ਰਹਿਣਗੀਆਂ। ਇਹਨਾਂ ਸਾਰੀ ਸਪੈਸ਼ਲ ਟ੍ਰੇਨਾਂ ਵਿੱਚ ਕੋਵਿਡ-19 ਦੇ ਨਿਯਮਾਂ ਤੇ ਮਾਪਦੰਡਾਂ ਦੇ ਪਾਲਣ ਲਈ ਕਨਫਰਮ ਟਿਕਟ ਧਾਰਕ ਯਾਤਰੀਆਂ ਨੂੰ ਹੀ ਟ੍ਰੇਨ ਵਿੱਚ ਬੋਰਡਿੰਗ ਦੀ ਮਨਜ਼ੂਰੀ ਹੋਵੇਗੀ। ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, 28% ਹੋਵੇਗਾ DA, ਸੈਲਰੀ ਤੇ ਪੈਨਸ਼ਨ ਵੀ ਵਧੇਗੀ। 50 ਲੱਖ ਕੇਂਦਰੀ ਮੁਲਾਜ਼ਮਾਂ ਤੇ 65 ਲੱਖ ਪੈਨਸ਼ਨਰਾਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ 1 ਜੁਲਾਈ 2021 ਤੋਂ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਮੁੜ ਤੋਂ ਸ਼ੁਰੂ ਕਰ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਅਜੇ ਮੁਲਾਜ਼ਮਾਂ ਨੂੰ 17% ਦੀ ਦਰ ਨਾਲ DA/DR ਮਿਲਦਾ ਹੈ, ਜੋ ਕਿ ਵੱਧ ਕੇ 28% ਹੋ ਸਕਦਾ ਹੈ। ਪਿਛਲੇ ਮਹੀਨੇ ਹੀ ਵਿੱਤ ਸੂਬਾ ਮੰਤਰੀ ਅਨੁਰਾਗ ਠਾਕਰ ਨੇ ਰਾਜ ਸਭਾ ਵਿੱਚ ਲਿਖਤ ਜਵਾਬ ਵਿੱਚ ਦੱਸਿਆ ਸੀ ਕਿ 1 ਜੁਲਾਈ ਤੋਂ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ DA ਦਾ ਪੂਰਾ ਲਾਭ ਦਿੱਤਾ ਜਾਵੇਗਾ। ਉਹਨਾਂ ਨੂੰ ਜਨਵਰੀ ਤੋਂ ਜੂਨ 2021 ਤੱਕ ਲਈ ਫ੍ਰੀਜ਼ ਕੀਤੇ DA ਨਾਲ ਇਸ 'ਚ ਹੋਏ ਵਾਧੇ ਦਾ ਪੈਸਾ ਵੀ ਦਿੱਤਾ ਜਾਵੇਗਾ। ਇਹਨਾਂ ਸਾਰੇ ਐਲਾਨ ਨੂੰ ਮੌਜੂਦਾ DA 'ਚ ਜੋੜ ਦਿੱਤਾ ਜਾਵੇ ਤਾਂ ਕੁੱਲ ਮਹਿੰਗਾਈ ਭੱਤਾ 28% ਤੱਕ ਪਹੁੰਚ ਜਾਵੇਗਾ।
ਕੇਂਦਰ ਸਰਕਾਰ ਨੇ ਫੈਮਿਲੀ ਪੈਨਸ਼ਨ ਦੀ ਜ਼ਿਆਦਾਤਰ ਸੀਮਾ ਲਗਭਗ 2.5 ਗੁਣਾ ਤੱਕ ਵਧਾ ਦਿੱਤੀ ਹੈ। ਇਸ ਨੂੰ ਵਧਾ ਕੇ ਹੁਣ 1,25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਅਜੇ ਤੱਕ ਫੈਮਿਲੀ ਪੈਨਸ਼ਨ ਦੀ ਜ਼ਿਆਦਾਤਰ ਸੀਮਾ 45,000 ਰੁਪਏ ਪ੍ਰਤੀ ਮਹੀਨਾ ਸੀ। ਰਫ਼ਤਾਰ ਫੜੇਗਾ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਮੁਹਿੰਮ। ਦੇਸ਼ ਵਿੱਚ ਵੱਧਦੇ ਕੋਰੋਨਾ ਸੰਕਰਮਣ ਨੂੰ ਕਾਬੂ ਕਰਨ ਦੇ ਲਈ ਕੇਂਦਰ ਸਰਕਾਰ ਨੇ ਕਈ ਅਹਿਮ ਕਦਮ ਚੁੱਕ ਲਏ ਹਨ। ਇਸ ਤਹਿਤ ਬੀਤੇ ਦਿਨ ਜਿੱਥੇ ਰੂਸ ਦੀ ਸਪੁਤਨਿਕ V ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਉੱਥੇ ਹੀ ਮੰਗਲਵਾਰ ਨੂੰ ਵਿਦੇਸ਼ ਵਿੱਚ ਉਤਪਾਦਿਤ ਹੋਰ ਸਾਰੇ ਵੈਕਸੀਨ ਲਈ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਹੋਰ ਤੇਜ਼ ਹੋ ਸਕੇਗੀ। ਦੇਸ਼ ਵਿੱਚ ਫਿਲਹਾਲ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਤੇ ਭਾਰਤ ਬਾਇਓਟੈਕ ਦੀ ਵੈਕਸੀਨ ਲਾਈ ਜਾ ਰਹੀ ਹੈ। ਇਹਨਾਂ ਦੀ ਹੁਣ ਤੱਕ 10 ਕਰੋੜ 80 ਲੱਖ ਤੋਂ ਜ਼ਿਆਦਾ ਖੁਰਾਕ ਵੰਡੀ ਜਾ ਚੁੱਕੀ ਹੈ। ਭਾਰਤ ਜ਼ਰੂਰਤਮੰਦ 70 ਤੋਂ ਜ਼ਿਆਦਾ ਦੇਸ਼ਾਂ ਨੂੰ ਵੈਕਸੀਨ ਦੀ 6 ਕਰੋੜ ਤੋਂ ਜ਼ਿਆਦਾ ਖੁਰਾਕਾਂ ਵੀ ਪ੍ਰਦਾਨ ਕਰ ਚੁੱਕਾ ਹੈ। ਦੇਸ਼ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ 4 ਹੋਰ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਮਿਲਣ ਦੀ ਉਮੀਦ ਹੈ। ਇਹਨਾਂ ਵਿੱਚ ਜੌਨਸਨ ਐਂਡ ਜੌਨਸਨ, ਨੋਵਾ ਵੈਕਸੀਨ ਤੇ ਜਾਇਡਸ ਕੈਡਿਲਾ ਵੀ ਵੈਕਸੀਨ ਸ਼ਾਮਲ ਹੈ। ਇਹਨਾਂ ਤੋਂ ਇਲਾਵਾ ਭਾਰਤ ਬਾਇਓਟੈਕ ਨੇ ਨੱਕ ਤੋਂ ਦਿੱਤੀ ਜਾਣ ਵਾਲੀ ਵੈਕਸੀਨ ਵੀ ਵਿਕਸਿਤ ਕੀਤੀ ਹੈ, ਜਿਸ ਦਾ ਹਾਲੇ ਟ੍ਰਾਇਲ ਚੱਲ ਰਿਹਾ ਹੈ। ਅਮਰੀਕੀ ਧਮਕੀ ਦੀ ਅਣਦੇਖੀ, ਭਾਰਤ ਨੂੰ ਤੈਅ ਸਮੇਂ ਤੇ ਮਿਲੇਗੀ ਰੂਸ ਦੀ S-400 ਮਿਜ਼ਾਈਲ ਡਿਫੈਂਸ ਪ੍ਰਣਾਲੀ। ਭਾਰਤ ਨੂੰ ਤੈਅ ਸਮੇਂ ਤੇ ਰੂਸ S-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਪੂਰਤੀ ਕਰ ਦੇਵੇਗਾ। ਇਸ ਗੱਲ ਦਾ ਐਲਾਨ ਭਾਰਤ ਵਿੱਚ ਮੌਜੂਦ ਰੂਸ ਦੇ ਰਾਜਦੂਤ ਨਿਕੋਲੋ ਨੇ ਕੀਤਾ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਰੂਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੇਰੀ ਨਹੀਂ ਹੋਵੇਗੀ ਤੇ ਇਹ ਆਪਣੇ ਸਹੀ ਰਾਹ ਤੇ ਹੈ। ਪੱਤਰਕਾਰਾਂ ਨਾਲ ਹੋਈ ਗੱਲਬਾਤ ਦੇ ਦੌਰਾਨ ਅਧਿਕਾਰੀ ਨੇ ਕਿਹਾ ਕਿ S-400 ਨੂੰ ਲੈ ਕੇ ਭਾਰਤ ਤੇ ਰੂਸ ਵਿੱਚ ਸਮਝੌਤਾ ਹੋਇਆ ਸੀ। ਉਸ ਨੂੰ ਲੈ ਕੇ ਦੋਵਾਂ ਦੇ ਪੱਖ ਆਪਣੇ ਪੁਰਾਣੇ ਰੁਖ ਤੇ ਕਾਇਮ ਵੀ ਹਨ ਤੇ ਵਚਨਬੱਧ ਵੀ। ਇਸ ਲਈ ਉਹਨਾਂ ਦੀ ਜਾਣਕਾਰੀ ਵਿੱਚ ਸੌਦੇ ਨੂੰ ਸਫਲਤਾਪੂਰਵਕ ਤੈਅ ਸਮੇਂ ਦੇ ਅੰਦਰ ਹੀ ਪੂਰਾ ਕਰ ਲਿਆ ਜਾਵੇਗਾ। ਉਹਨਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ S-400 ਦੀ ਡੀਲ ਨੂੰ ਲੈ ਕੇ ਅਮਰੀਕਾ ਤੁਰਕੀ ਤੋਂ ਵੀ ਕਾਫੀ ਖਫਾ ਹੈ। ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਆਸਟਿਨ ਭਾਰਤ ਦੇ ਦੌਰੇ ਤੇ ਆਏ ਸਨ। ਜਦੋਂ ਉਹਨਾਂ ਨਾਲ S-400 ਦੀ ਡੀਲ ਬਾਰੇ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਇਸ ਨੂੰ ਲੈ ਕੇ ਅਮਰੀਕਾ ਨਹੀਂ ਚਾਹੁੰਦਾ ਕਿ ਕੋਈ ਵੀ ਦੇਸ਼ ਰੂਸ ਨਾਲ ਅਜਿਹੀ ਡੀਲ ਕਰੇ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਇਸ ਨੂੰ ਲੈ ਕੇ ਅਮਰੀਕਾ ਭਾਰਤ ਤੇ ਕੋਈ ਵੀ ਨਵੀਂ ਪਾਬੰਦੀ ਲਗਾ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਸੀ ਕਿ ਫਿਲਹਾਲ ਇਸ ਦਾ ਸਵਾਲ ਨਾ ਚੁੱਕਣ, ਕਿਉਂਕਿ ਭਾਰਤ ਨੂੰ ਇਸ ਦੀ ਸਪਲਾਈ ਨਹੀਂ ਹੋਈ ਹੈ। ANI ਮੁਤਾਬਕ ਜੇ ਭਾਰਤ ਇਸ ਸੌਦੇ ਤੇ ਅੱਗੇ ਵਧਦਾ ਹੈ ਤਾਂ ਅਮਰੀਕਾ ਆਪਣੇ ਐਕਟ ਦੇ ਤਹਿਤ ਭਾਰਤ ਤੇ ਪਾਬੰਦੀ ਲਾ ਸਕਦਾ ਹੈ। ਵੈਕਸੀਨ ਦੇ ਬਾਵਜੂਦ ਹਾਲਾਤ ਬੇਕਾਬੂ, ਪਿਛਲੇ 24 ਘੰਟਿਆਂ ਦੌਰਾਨ 1000 ਤੋਂ ਜ਼ਿਆਦਾ ਮੌਤਾਂ। ਕੋਰੋਨਾ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿੱਚ 1000 ਤੋਂ ਜ਼ਿਆਦਾ ਨਵੀਆਂ ਮੌਤਾਂ ਦਰਜ ਹੋਈਆਂ ਹਨ। ਉੱਥੇ ਹੀ 1,80,000 ਤੋਂ ਜ਼ਿਆਦਾ ਨਵੇਂ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ, ਜੋ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਜੂਝ ਰਹੇ ਦੇਸ਼ ਦੀ ਚਿੰਤਾਜਨਕ ਹਾਲਾਤ ਦਾ ਗਵਾਹ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1,84,372 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 1,027 ਨਵੀਆਂ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਹੁਣ ਤੱਕ ਦੇਸ਼ ਵਿੱਚ ਕੁੱਲ ਸੰਕਰਮਣ ਦਾ ਅੰਕੜਾ 1,38,73,825 ਹੋ ਗਿਆ ਹੈ ਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 1,72,085 ਹੋ ਗਈ ਹੈ। ਹੈਲੀਕਾਪਟਰ ਘੁਟਾਲੇ ਵਿੱਚ IDS ਨੇ ਇੰਟਰਸਟੇਲਰ ਨੂੰ ਦਿੱਤੇ ਸਨ 7,40,000 ਯੂਰੋ। ਕੇਂਦਰੀ ਜਾਂਚ ਬਿਊਰੋ ਨੇ ਕਿਹਾ ਹੈ ਕਿ 3600 ਕਰੋੜ ਰੁਪਏ ਦੇ VVIP ਅਗਸਤਾ ਵੈਸਟਲੈਂਡ ਘੁਟਾਲੇ ਵਿੱਚ ਚੰਡੀਗੜ੍ਹ ਦੀ IDS ਇਨਫੋਟੈਕ ਲਿਮਟਿਡ ਨੇ ਇੰਟਰਸਟੇਲਰ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਨੂੰ 633 ਕਰੋੜ ਰੁਪਏ ਕਮਿਸ਼ਨ ਦੇ ਤੌਰ ਤੇ ਦਿੱਤੇ ਸਨ। ਹੈਲੀਕਾਪਟਰ ਘੁਟਾਲੇ ਵਿੱਚ CBI ਨੇ ਪਿਛਲੇ ਸਾਲ ਸਤੰਬਰ ਵਿੱਚ ਦਾਖਲ ਹੋਈ 12,421 ਪੰਨਿਆਂ ਦੀ ਚਾਰਜ ਸ਼ੀਟ ਵਿੱਚ ਇਹ ਦਾਅਵਾ ਕੀਤਾ। IDS ਇਨਫੋਟੈਕ ਨੂੰ ਮਈ 2003 ਤੋਂ ਨਵੰਬਰ 2006 ਵਿਚਕਾਰ ਫਰਾਂਸ ਦੀ ਰੱਖਿਆ ਸਾਜੋ ਸਮਾਨ ਬਣਾਉਣ ਵਾਲੀ ਕੰਪਨੀ ਦਾਸੋ ਏਵੀਏਸ਼ਨ ਤੋਂ ਪੈਸੇ ਮਿਲੇ ਸਨ, ਜਿਸ ਤੋਂ ਬਾਅਦ ਉਸਨੇ ਇਹ ਕਮਿਸ਼ਨ ਦਿੱਤਾ ਸੀ। ਇਸ ਤੋਂ ਬਾਅਦ ਦਾਸੋ ਏਵੀਏਸ਼ਨ ਨੇ ਭਾਰਤ ਦੇ ਨਾਲ 36 ਰਫੇਲ ਲੜਾਕੂ ਜਹਾਜ਼ਾਂ ਦੀ ਵਿਕਰੀ ਦਾ ਸੌਦਾ ਕੀਤਾ ਸੀ। ਭਾਰਤ ਨਾਲ ਰਿਸ਼ਤੇ ਕਾਫੀ ਵਿਆਪਕ, ਪਾਕਿਸਤਾਨ ਨਾਲ ਰਿਸ਼ਤਿਆਂ ਦਾ ਘੇਰਾ ਬਹੁਤ ਹੀ ਸੀਮਤ। ਰੂਸ ਭਾਰਤ ਨਾਲ ਆਪਣੇ ਪੁਰਾਣੇ ਰਿਸ਼ਤਿਆਂ ਵਿੱਚ ਕਾਇਮ ਹੈ। ਊਰਜਾ ਸੁਰੱਖਿਆ,
ਸਨਅਤ ਵਰਗੇ ਖੇਤਰਾਂ ਵਿੱਚ ਦੁਵੱਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਵੀ ਜਾਰੀ ਹੈ। ਪਰ ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ ਤਾਂ ਰੂਸ ਉਸ ਦੇ ਨਾਲ ਵੀ ਆਪਣੇ ਰਿਸ਼ਤਿਆਂ ਨੂੰ ਇੱਕ ਦਿਸ਼ਾ ਦੇਣਾ ਚਾਹੁੰਦਾ ਹੈ। ਰੂਸ ਦਾ ਇਹ ਕਹਿਣਾ ਹੈ ਕਿ ਭਾਰਤ ਨਾਲ ਰਿਸ਼ਤੇ ਕਾਫੀ ਵਿਆਪਕ ਹਨ, ਜਦੋਂ ਕਿ ਪਾਕਿਸਤਾਨ ਨਾਲ ਰਿਸ਼ਤਿਆਂ ਦਾ ਘੇਰਾ ਬਹੁਤ ਹੀ ਸੀਮਿਤ ਹੈ। ਇਸ ਦੇ ਨਾਲ ਹੀ ਰੂਸ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਭਾਰਤ ਉਸ ਸਮੂਹ ਦਾ ਸਰਗਰਮ ਮੈਂਬਰ ਹੈ ਜੋ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਨਵੀਂ ਰਣਨੀਤੀ ਲਾਗੂ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਵਿੱਚ ਰੂਸ ਦੇ ਰਾਜਦੂਤ ਨਿਕੋਲਾਈ ਨੇ ਬੁੱਧਵਾਰ ਨੂੰ ਭਾਰਤ ਰੂਸ ਦੇ ਰਿਸ਼ਤਿਆਂ ਦੇ ਹਾਲਾਤ ਤੇ ਪ੍ਰੈਸ ਕਾਨਫਰੰਸ ਵਿੱਚ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਰੂਸ ਤੇ ਭਾਰਤ ਦੋਵੇਂ ਐਂਟੀ ਮਿਜ਼ਾਈਲ ਸਿਸਟਮ S-400 ਦੇ ਸੌਦੇ ਪ੍ਰਤੀ ਵਚਨਬੱਧ ਹਨ। ਇਸ ਸੌਦੇ ਤੇ ਅਮਰੀਕਾ ਦੀ ਸਖਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਤੇ ਰੂਸ ਦੋਵੇਂ ਕਿਸੇ ਤੀਸਰੇ ਦੇਸ਼ ਵੱਲੋਂ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਨੂੰ ਗੈਰ ਕਾਨੂੰਨੀ ਮੰਨਦੇ ਹਨ। ਕੁਝ ਦੇਸ਼ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਦਬਾਅ ਬਣਾਉਣ ਤੇ ਗਲਤ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰ ਰਹੇ ਹਨ। ਇਹ ਇੱਕ ਤਰ੍ਹਾਂ ਦਾ ਬਲੈਕਮੇਲ ਕਰਨ ਵਾਂਗ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹਾਲ ਹੀ ਵਿੱਚ ਹੋਈ ਬੈਠਕ ਵਿੱਚ ਇਸ ਮੁੱਦੇ ਤੇ ਚਰਚਾ ਵੀ ਹੋਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਭਾਰਤ ਦੇ ਫੈਸਲੇ ਬਾਰੇ ਕਿਹਾ ਸੀ ਕਿ ਮੇਰੀ ਭਾਰਤੀ ਪੱਖ ਨਾਲ ਇਸ ਸੰਬੰਧੀ ਕੋਈ ਵੀ ਗੱਲਬਾਤ ਨਹੀਂ ਹੋਈ, ਪਰ ਅਸੀਂ ਆਪਣੇ ਸਾਰੇ ਸਹਿਯੋਗੀਆਂ ਨੂੰ ਬੇਨਤੀ ਕਰਾਂਗੇ ਕਿ ਉਹ ਰੂਸ ਕੋਲੋਂ ਕੋਈ ਵੀ ਹਥਿਆਰ ਨਾ ਖਰੀਦਣ। ਭਾਰਤ ਆਪਣੇ ਰਣਨੀਤਿਕ ਹਿੱਤਾਂ ਲਈ 5 ਅਰਬ ਡਾਲਰ ਵਿੱਚ ਕੀਤੀ ਜਾ ਰਹੀ S-400 ਦੀਆਂ 5 ਯੂਨਿਟਾਂ ਦੀ ਖਰੀਦ ਨੂੰ ਕਾਫੀ ਅਹਿਮ ਮੰਨਦਾ ਹੈ, ਪਰ ਹਾਲ ਦੇ ਦਿਨਾਂ ਵਿੱਚ ਅਮਰੀਕੀ ਦਬਾਅ ਦੇ ਕਾਰਨ ਸ਼ਸ਼ੋਪੰਜ ਵਿੱਚ ਬਣਿਆ ਹੋਇਆ ਹੈ। ਸਦਭਾਵਨਾ ਯਾਤਰਾ ਤੇ ਸ੍ਰੀਲੰਕਾ ਪੁੱਜਾ ਭਾਰਤੀ ਜੰਗੀ ਬੇੜਾ। ਸ੍ਰੀਲੰਕਾ ਤੇ ਭਾਰਤ ਵਿਚਾਲੇ ਸਮੁੰਦਰੀ ਤੇ ਸੁਰੱਖਿਆ ਸਹਿਯੋਗ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਭਾਰਤੀ ਜਲ ਸੈਨਾ ਦਾ ਜੰਗੀ ਬੇੜਾ INS ਰਣਵਿਜੇ 3 ਦਿਨਾਂ ਸਦਭਾਵਨਾ ਯਾਤਰਾ ਤੇ ਬੁੱਧਵਾਰ ਨੂੰ ਸ੍ਰੀਲੰਕਾ ਪਹੁੰਚ ਚੁੱਕਾ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤੀ ਜੰਗੀ ਬੇੜਾ ਸ੍ਰੀਲੰਕਾ ਦੇ ਲੋਕਾਂ ਲਈ ਇਕਜੁੱਟਤਾ ਤੇ ਸਦਭਾਵਨਾ ਦਾ ਸੰਦੇਸ਼ ਲੈ ਕੇ ਕੋਲੰਬੋ ਆਇਆ ਹੈ। INS ਰਣਵਿਜੇ ਪਾਂਡੂਬੀ ਨੂੰ ਭੇਜਣ ਵਾਲਾ ਜੰਗੀ ਬੇੜਾ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਤੇ ਸ੍ਰੀਲੰਕਾ ਰੱਖਿਆ ਤੇ ਸੁਰੱਖਿਆ ਦੇ ਖੇਤਰ ਵਿੱਚ ਇੱਕ ਦੂਜੇ ਦਾ ਸਹਿਯੋਗ ਕਰਦੇ ਰਹੇ ਹਨ। ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪੁੱਜਾ ਐਮਾਜ਼ੋਨ। ਫਿਊਚਰ ਰਿਟੇਲ ਲਿਮਟਿਡ ਨੇ ਕਿਹਾ ਕਿ ਅਮਰੀਕਾ ਸਥਿਤ ਈ-ਕਾਮਰਸ ਦਿੱਗਜ ਕੰਪਨੀ ਐਮਾਜ਼ੋਨ ਨੇ ਦਿੱਲੀ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ। ਦਿੱਲੀ ਹਾਈ ਕੋਰਟ ਦੀ ਇੱਕ ਬੈਂਚ ਨੇ ਫਿਊਚਰ ਗਰੁੱਪ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨਾਲ 24,713 ਕਰੋੜ ਰੁਪਏ ਦੇ ਅਸੈਟ ਸੇਲ ਡੀਲ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦਿੱਤੀ ਸੀ। ਐਮਾਜ਼ੋਨ ਨੇ ਇਸ ਖਿਲਾਫ ਸੁਪਰੀਮ ਕੋਰਟ ਦਾ ਰੁਖ ਅਪਣਾਇਆ ਹੈ। ਫਿਊਚਰ ਰਿਟੇਲ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਜਾਣਕਾਰੀ ਵਿੱਚ ਕਿਹਾ ਕਿ Amazon.com ਦੇ ਵਕੀਲਾਂ ਵੱਲੋਂ ਕੰਪਨੀ ਦੇ ਐਡਵੋਕੇਟ ਨੂੰ 13 ਅਪ੍ਰੈਲ 2021 ਦੇ ਇੱਕ ਕਮਿਊਨੀਕੇਸ਼ਨ ਦੀ ਰਸੀਦ ਮਿਲੀ। ਐਮਾਜ਼ੋਨ ਦੇ ਵਕੀਲਾਂ ਨੇ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਇੱਕ ਸਪੈਸ਼ਲ ਲੀਵ ਪਟੀਸ਼ਨ ਦਾਖਲ ਕੀਤੀ ਹੈ, ਜਿਸ ਵਿੱਚ 22 ਮਾਰਚ 2021 ਦੇ ਦਿੱਲੀ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ। ਸੁਪਰੀਮ ਕੋਰਟ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਐਮਾਜ਼ੋਨ ਨੇ ਹਾਈ ਕੋਰਟ ਦੇ 22 ਮਾਰਚ ਦੇ ਆਦੇਸ਼ ਨੂੰ ਗੈਰ ਕਾਨੂੰਨੀ ਤੇ ਅਣਉਚਿਤ ਕਰਾਰ ਦੇਣ ਦੀ ਮੰਗ ਕੀਤੀ। ਦੋਸਤੋ, ਤੁਹਾਨੂੰ ਦੱਸ ਦਈਏ ਕਿ 22 ਮਾਰਚ ਨੂੰ ਦਿੱਤੇ ਆਦੇਸ਼ ਵਿੱਚ ਦਿੱਲੀ ਹਾਈ ਕੋਰਟ ਦੇ ਸਿੰਗਲ ਬੈਂਚ ਨੇ 24,713 ਕਰੋੜ ਰੁਪਏ ਦੇ ਫਿਊਚਰ ਰਿਲਾਇੰਸ ਰਿਟੇਲ ਡੀਲ ਤੇ ਲਾਈ ਗਈ ਰੋਕ ਨੂੰ ਹਟਾ ਕੇ ਸੌਦੇ ਤੇ ਅੱਗੇ ਵਧਣ ਲਈ ਆਦੇਸ਼ ਜਾਰੀ ਕੀਤੇ ਸਨ। ਜੀ ਦੋਸਤੋ, ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਦੋਸਤੋ, ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਾਡੇ ਨਾਲ ਬਣੇ ਰਹਿਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ।